Hi guys, my name is Rupinder Kaur and I'm here with another lesson on tenses. We have future tense ਤੇ ਇਸ ਤੋਂ ਪਹਿਲਾਂ ਮੈਂ past and present tense ਕਰਾ ਚੁੱਕੀ ਹਾਂ। ਜੇ ਤੁਸੀਂ ਹਜੇ ਤੱਕ ਨਹੀਂ ਦੇਖੇ go watch that videos, ਮੈਂ ਉਹਨਾਂ ਦਾ ਲਿੰਕ ਐਂਡ ਦੇ ਉੱਪਰ ਸ਼ੇਅਰ ਕਰ ਦੂੰਗੀ ਐਂਡ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਤੁਹਾਨੂੰ ਮਿਲ ਜਾਏਗਾ। ਸੋ ਇਹਦੇ ਵਿੱਚ ਜੋ ਹੈ future tense ਹੁੰਦਾ ਹੈ ਕਿ ਜੋ ਹਜੇ ਨਹੀਂ ਆ, ਲਾਈਕ ਫॉर future ਭਵਿੱਖ ਦੇ ਲਈ, है ना। सो ਉਹਦੇ ਲਈ ਕੁਝ ਬਿਲਕੁਲ ਡਿਫਰੈਂਟ ਰੂਲ ਨੇ ਐਜ਼ ਕੰਪੇਅਰ ਟੂ ਪਾਸਟ ਐਂਡ ਪ੍ਰੈਜ਼ੈਂਟ ਜਿਹੜੇ ਅਸੀਂ ਫੋਲੋ ਕਰਦੇ ਹਾਂ। ਤੋ ਥੀਸ ਆਰ ਵੈਰੀ ਸਿੰਪਲ, ਬਹੁਤ ਆਸਾਨੀ ਨਾਲ ਤੁਸੀਂ ਇਹਨਾਂ ਨੂੰ ਕਰ ਲਓਗੇ ਐਂਡ ਯੂ ਵਿਲ ਗੈਟ ਲਾਈਕ 1 or 2 ਟਾਈਮਸ ਆਫ ਪ੍ਰੈਕਟਿਸ। ਇਹ ਰੂਲਸ ਜਿਹੜੇ ਆ ਤੁਹਾਨੂੰ ਆਰਾਮ ਨਾਲ ਯਾਦ ਹੋ ਜਾਣਗੇ ਔਰ ਯੂ ਵਿਲ ਬੀ ਏਬਲ ਟੂ ਮੈਮੋਰਾਈਜ਼। ਕ੍ਰਾਮ ਨਹੀਂ ਕਰਨੇ ਪੈਣਗੇ, ਤੁਹਾਨੂੰ ਯਾਦ ਹੋ ਜਾਣਗੇ। ਲਾਈਕ ਇਟ ਵਿਲ ਬੀ ਯਰ ਆਪਾਂ ਕਹਿ ਦਾਂਗੇ ਇੱਕ ਆਦਤ ਬਣ ਜੀ ਚੀਜ਼ ਹੈ ਨਾ। ਇੱਕ ਹੁੰਦਾ ਅਸੀਂ ਯਾਦ ਕਰ ਕਰ ਰੱਖਣਾ, ਦੂਸਰਾ ਸਾਨੂੰ ਨੌਲੇਜ ਦੇ ਵਿੱਚ ਐਡ ਹੋ ਜੇ। ਸੋ ਥੋੜੀ ਨੌਲੇਜ ਐਡ ਹੋ ਜਾਣਗੇ। ਬਾਕੀ ਦੋਨੋਂ ਟੈਂਸਸ ਦੀ ਤਰ੍ਹਾਂ ਇਹਨਾਂ ਦੀਆਂ ਵੀ 4 ਟਾਈਪਸ ਹੀ ਹੁੰਦੀਆਂ ਨੇ, ਫਿਊਚਰ ਦੀਆਂ 4 ਟਾਈਪਸ। ਸੋ ਫਸਟ ਵੀ ਹੈਵ indefinite। indefinite ਤੁਸੀਂ ਸਿੰਪਲ ਵੀ ਕਹਿੰਦੇ ਹੋ, ਯੂ ਕੈਨ ਕਾਲ ਇਟ ਐਜ਼ future indefinite tense ਜਾਂ ਫਿਰ future simple tense, ਜਾਂ ਇਹਨੂੰ ਤੁਸੀਂ ਕੁਝ ਲੋਕ ਕਹਿੰਦੇ ਨੇ ਸਿੰਪਲ ਫਿਊਚਰ, ਸਿੰਪਲ ਲੱਗਿਆ ਜਾਂਦਾ। ਸੋ ਸਭ ਤੇ ਥੋੜੇ ਥੋੜੇ ਡਿਫਰੈਂਟ ਰੂਲਸ ਨੇ, ਡਿਪੈਂਡ ਕਰਦਾ ਵੀ ਆਪਾਂ ਕਿਹੜੀ ਟਾਈਪ ਕਰ ਰਹੇ ਹਾਂ। ਫਸਟ ਵੀ ਹੈਵ ਸ਼ੈਲ ਜਾਂ ਵਿਲ ਨਾਲ ਯੂਜ਼ ਕਰਦੇ ਹਾਂ ਸਿੰਪਲ ਨੂੰ, ਪਲੱਸ ਫਸਟ ਫਾਰਮ ਆਫ ਵਰਬ ਲੱਗਦੀ ਆ। ਸੋ ਹੇਅਰ ਵੀ ਹੈਵ ਆਈ ਵਿਲ ਰੀਡ, है ना। किते किते शैल मतलब शैल यूज ਹੁੰਦਾ ਜਿੱਥੇ ਬਹੁਤ ਘੱਟ ਵੀ ਸ਼ਾਇਦ ਸਾਨੂੰ ਜ਼ਰੂਰਤ ਪੈ ਜੇ ਜਾਂ ਨਾ ਪਵੇ, है ना। आई shall need water ਸ਼ਾਇਦ, है ना। I will need water ਵੀ ਮੈਨੂੰ ਚਾਹੀਦਾ ਹੀ ਹੋਊਗਾ, है ना। so I will read, I will play, I will dance, I will walk, I will write। ਜਿਹੜੀ ਚੀਜ਼ ਸ਼ੋਰ ਆ ਫਿਊਚਰ ਨੂੰ ਲੈ ਕੇ ਵੀ ਮੈਂ ਕਰ ਰਹੀ ਹੋਊਂਗੀ ਉਸ ਟਾਈਮ, है ना, ਕਰਨੀ ਆ ਜਾਂ ਮੈਂ ਜਿੱਦਾਂ I will be a doctor, है ना ਸ਼ਾਇਦ। ਤੇ ਉਸ ਤੋਂ ਬਾਅਦ ਬਟ ਉਹ ਇਹਦਾ ਟਾਈਪ ਨਹੀਂ ਹੈ, ਮਤਲਬ ਜੋ ਚੀਜ਼ ਸ਼ੋਰ ਆ। ਸੋ ਇੱਥੇ ਜਿਵੇਂ ਆਪਾਂ ਕਹਿ ਦਈਏ I will read, ਮੰਨ ਲਓ ਆਪਣਾ ਪਲਾਨ ਹੈ ਆਲਰੇਡੀ ਜਿਹੜੀ ਚੀਜ਼ ਕਰਨ ਦਾ, ਤਾਂ ਆਪਾਂ ਉਹਨੂੰ will ਨਾਲ ਲਿਖਦੇ ਹਾਂ। ਸੋ ਉੱਥੇ he will read, she will read, they will read, we will read, they will play, he will play, ਐਦਾਂ ਬਣ ਜਾਏਗਾ। ਸੋ ਸੈਕਿੰਡ ਸਾਡੇ ਕੋਲ ਹੈ ਕੰਟੀਨਿਊਸ। ਕੰਟੀਨਿਊਸ ਦੇ ਵਿੱਚ ਹਮੇਸ਼ਾ ਅਸੀਂ ਫਸਟ ਫਾਰਮ ਆਫ ਵਰਬ ਐਂਡ ਆਈਐਨਜੀ ਯੂਜ਼ ਕਰਦੇ ਹਾਂ, ਚਾਹੇ ਕੁਝ ਵੀ ਰੂਲ ਹੋਵੇ ਅੱਗੇ। ਸੋ ਆਪਣੇ ਕੋਲ ਇੱਥੇ ਹੁਣ ਫਿਊਚਰ ਕੰਟੀਨਿਊਸ। ਕੰਟੀਨਿਊਸ ਮਤਲਬ ਜੋ ਚੀਜ਼ ਲਗਾਤਾਰ ਚੱਲਦੀ ਆ। ਸੋ ਉਹਦੇ ਲਈ ਅਸੀਂ ਸ਼ੈਲ ਵਿਲ, ਡਿਪੈਂਡਿੰਗ ਅਪੋਨ ਦਾ ਜਿੱਦਾਂ ਦਾ ਅਸੀਂ ਸੈਂਟੈਂਸ ਬਣਾਵਾਂਗੇ, ਦ ਸੈਂਸ ਆਫ ਦ ਸੈਂਟੈਂਸ ਵੀ ਲੱਗ ਜਾਏਗਾ, V1 ਲੱਗ ਜਾਏਗਾ। V1 ਮੀਨਸ ਫਸਟ ਫਾਰਮ ਆਫ ਵਰਬ ਐਂਡ ਆਈਐਨਜੀ ਲੱਗ ਜਾਏਗਾ। ਸੋ ਇਹਦੀ ਐਗਜ਼ਾਮਪਲ ਹੈ ਆਈ ਵਿਲ ਬੀ ਰੀਡਿੰਗ, ਮਤਲਬ ਫਿਊਚਰ ਦੇ ਵਿੱਚ ਮੈਂ ਪੜ੍ਹ ਰਹੀ ਹੋਊਂਗੀ, ਆਈ ਵਿਲ ਬੀ ਰੀਡਿੰਗ। ਸੋ ਇੱਥੇ ਫਿਰ ਆਪਾਂ ਆਈ ਵਿਲ ਬੀ ਪਲੇਇੰਗ, ਆਈ ਵਿਲ ਬੀ ਸਟੱਡਿੰਗ, ਆਈ ਵਿਲ ਬੀ ਰਾਈਟਿੰਗ, ਆਈ ਵਿਲ ਬੀ ਈਟਿੰਗ, ਜੋ ਵੀ ਤੁਸੀਂ ਬਣਾ ਸਕਦੇ ਹੋ। ਆਈ ਵਿਲ ਬੀ ਮਤਲਬ ਜੇ ਆਈ ਨਾਲ ਸੈਂਟੈਂਸ ਬਣਾ ਰਹੇ ਹੋ, ਆਪਣੇ ਕੋਲ ਸ਼ੈਲ ਵਿਲ ਚ ਇੱਕ ਯੂਜ਼ ਹੋ ਜਾਏਗਾ, ਬੀ ਯੂਜ਼ ਹੋ ਜਾਏਗਾ, B1 ਫਸਟ ਫਾਰਮ ਆਫ ਵਰਬ, ਜੋ ਵੀ ਐਕਸ਼ਨ ਤੁਸੀਂ ਪਰਫਾਰਮ ਕਰ ਰਹੇ ਹੋ, ਐਂਡ ਦੈਨ ਆਈਐਨਜੀ। ਜਿੱਦਾਂ ਜੇ ਇਹ ਹੀ ਜਾਂ ਸ਼ੀ ਨਾਲ ਹੁੰਦਾ ਲੈਟਸ ਸੇ, ਫਿਰ ਆਪਾਂ ਕਿੱਦਾਂ ਬਣਾਉਂਦੇ, ਹੀ ਵਿਲ ਬੀ ਰੀਡਿੰਗ, ਸ਼ੀ ਵਿਲ ਬੀ ਰੀਡਿੰਗ, they will be reading, we will be reading। ਸੋ ਇੱਦਾਂ ਬਣ ਜਾਂਦਾ। ਜਾਂ ਸਾਡਾ ਐਕਸ਼ਨ ਅਲੱਗ ਆ, he she they we ਨੂੰ ਦੀ ਜਗ੍ਹਾ ਪਿੱਛੇ ਵਾਲਾ ਇਹ ਚੀਜ਼ ਚੇਂਜ ਹੋ ਰਿਹਾ, ਵਰਬ ਐਕਸ਼ਨ ਚੇਂਜ ਹੋ ਰਿਹਾ, ਹੈ ਨਾ। ਰੀਡ, ਪਲੇ, ਦੈਨ ਰਾਈਟ, ਜੋ ਵੀ ਡਰਾਈਵ ਅਸੀਂ ਇੱਥੇ ਚੇਂਜ ਕਰ ਸਕਦੇ ਹਾਂ। ਆਈ ਵਿਲ ਬੀ ਡਰਾਈਵਿੰਗ, ਹੀ ਵਿਲ ਬੀ ਡਰਾਈਵਿੰਗ, ਦੇ ਵਿਲ ਬੀ ਡਰਾਈਵਿੰਗ, ਸਾਰੀ ਚੀਜ਼ ਸੇਮ ਰਹੂਗੀ ਬਿਕਾਜ਼ ਇੱਥੇ ਜਿਹੜਾ ਰੂਲ ਆ ਬਹੁਤ ਹੀ ਜ਼ਿਆਦਾ ਮਤਲਬ ਸ਼ਾਰਟ ਹੈ, ਚੇਂਜ ਨਹੀਂ ਹੋ ਰਿਹਾ ਸਿੰਗੂਲਰ ਜਾਂ ਪਲੂਰਲ ਦੇ ਨਾਲ। ਥਰਡ ਟਾਈਪ ਆਫ ਦਿਸ ਫਿਊਚਰ ਟੈਂਸ ਵੀ ਹੈਵ ਇਜ਼ ਪਰਫੈਕਟ। ਪਰਫੈਕਟ ਜਿਹੜਾ ਇਹਦੇ ਵਿੱਚ ਅਸੀਂ ਸ਼ੈਲ ਵਿਲ ਯੂਜ਼ ਕਰਨਾ, ਹੈਵ ਯੂਜ਼ ਕਰਨਾ ਸਭ ਦੇ ਵਿੱਚ, ਐਂਡ V3 ਮੀਨਸ ਥਰਡ ਫਾਰਮ ਆਫ ਵਰਬ ਯੂਜ਼ ਕਰਨੀ ਹੈ। ਜਿੱਦਾਂ ਹੁਣ ਮੈਂ ਇੱਥੇ ਰੀਡ ਲਿਖਿਆ ਜੇ ਦੇਖੋਗੇ ਤੁਸੀਂ, ਐਂਡ ਯੂ ਵੁੱਡ ਸੇ ਕਿ ਫਸਟ ਫਾਰਮ 'ਚ ਵੀ ਰੀਡ ਸੀ। ਸੋ ਰੀਡ ਰੈਡ ਹੁੰਦਾ ਗਾ, ਇਹਦੀ ਜਿਹੜੀ ਥਰਡ ਫਾਰਮ ਹੈ ਰੀਡ ਦੀ, ਉਹਨੂੰ ਪ੍ਰੋਨਾਊਂਸ ਅਸੀਂ ਅਲੱਗ ਤਰ੍ਹਾਂ ਨਾਲ ਕਰਦੇ ਹਾਂ, ਦੈਟ ਇਜ਼ ਰੈਡ, ਤੇ RED ਵਾਲਾ ਰੈਡ ਕਰਦੇ ਹਾਂ ਪ੍ਰੋਨਾਊਂਸ ਇਹਨੂੰ, ਬਟ ਲਿਖਦੇ ਆਪਾਂ ਰੀਡ ਹੀ ਹੈ। ਸਪੈਲਿੰਗ ਸੇਮ ਰਹਿਣਗੇ, ਪ੍ਰੋਨਾਂਸੀਏਸ਼ਨ ਚੇਂਜ ਹੋਊਗੀ ਜੇ ਇੱਥੇ ਹੁੰਦਾ ਕੋਈ ਹੋਰ ਵਰਬ, ਹੈ ਨਾ। ਲੈਟਸ ਸੇ ਆਪਾਂ ਇੱਥੇ ਸਟਾਰਟਿੰਗ 'ਚ ਯੂਜ਼ ਕੀਤਾ ਹੁੰਦਾ ਆਈ ਪਲੇ, ਆਈ ਵਿਲ ਪਲੇ, ਤਾਂ ਇੱਥੇ ਹੋ ਜਾਂਦਾ ਆਈ ਵਿਲ ਬੀ ਪਲੇਇੰਗ। ਇੱਥੇ ਹੁੰਦਾ ਸਾਡੇ ਕੋਲ ਆਈ ਵਿਲ ਹੈਵ
played, PLAYED, ed ऐड हो जाता नाल, so I will have played। ये हो गया अपना थर्ड टाइप, shall will have। सारे ਦੇ केस च have मतलब चाहे सिंगुलर है चाहे प्लूरल है चाहे मतलब he she we our जो भी है ਤਾਂ ਉੱਥੇ ਸਾਡੇ ਕੋਲ have ਹੀ ਲੱਗੂਗਾ when it comes to future perfect tense। थर्ड फॉर्म है वर्ब ਦੀਆਂ ਫਾਰਮਸ ਤੁਹਾਨੂੰ ਯਾਦ ਕਰਨੀਆਂ ਪੈਣਗੀਆਂ if you don't know, ਜੇ ਆਉਂਦੀਆਂ ਨੇ well and good। Third, fourth type we have now is perfect continuous, future perfect continuous। ਹੁਣ future है ਤਾਂ definitely shall will लगूगा, have ਦੇ ਨਾਲ been लग जाएगा क्योंकि perfect ਤਾਂ है। ਹੁਣ continuous भी है तो been लग गया, be1 लग गया, ing लग गया, मतलब it is a mix of these two, perfect continuous। ਦੋਨਾਂ ਵਾਲੇ ਰੂਲਸ ਜਿਹੜੇ ਇਕੱਠੇ ਦੇ ਵਿੱਚ ਆਉਣਗੇ। ਸੋ shall will, have, been, ਅੱਛਾ be ਜਿਹੜਾ ਹੁਣ ਇੱਥੇ been ਬਣ ਜਾਊਗਾ, be1 plus ing। ਸੋ ਆਪਣਾ ਜਿਹੜਾ ਸੈਂਟੈਂਸ ਆ ਬਣ ਜਾਏਗਾ I will have been playing, I will have been reading, I have been watching, I have been driving, I have been writing। ਹੁਣ ਇਹ ਸੋਚ ਰਹੇ ਹੋਗੇ ਕਿ ਅਸੀਂ ਮਤਲਬ ਜਦੋਂ ਬੋਲਦੇ ਆ ਜਾਂ ਜਦੋਂ ਲਿਖਦੇ ਆ ਕਿ ਛੋਟੇ ਛੋਟੇ ਸੈਂਟੈਂਸਸ ਥੋੜੀ ਬਣਾਵਾਂਗੇ, ਹੈ ਨਾ। ਤੁਸੀਂ ਕਿਹਾ ਕਿ ਇਹਦੇ ਨਾਲ ਤੁਹਾਨੂੰ ਸਾਰੀ ਸੈਂਟੈਂਸ ਫਾਰਮੇਸ਼ਨ ਆ ਜੂਗੀ। ਸੋ ਵੀ ਨੀਡ ਟੂ ਐਡ ਕੰਟੈਂਟ ਟੂ ਥੀਸ ਸੈਂਟੈਂਸਸ। ਇੱਥੇ ਇਹ ਚੀਜ਼ ਸਿਖਾਉਣ ਦਾ ਮਤਲਬ ਆ ਕਿ ਜੇ ਤੁਹਾਨੂੰ ਫਿਊਚਰ ਦੀ ਗੱਲ ਪੁੱਛੀ ਜਾ ਰਹੀ ਹੈ, ਸੋ ਹਾਊ ਯੂ ਵਿਲ ਆਨਸਰ ਇਨ ਦ ਫਿਊਚਰ, ਯੂ ਵਿਲ ਬੀ ਯੂਜ਼ਿੰਗ ਥੀਸ ਰੂਲਸ, ਹੈ ਨਾ। ਵਿਲ ਫਸਟ ਫਾਰਮ ਜੇ ਸਿੰਪਲ ਪੁੱਛ ਰਹੇ ਹੈਗੇ, ਦੈਨ ਉਸ ਤੋਂ ਬਾਅਦ ਜਿੱਦਾਂ ਤੁਹਾਨੂੰ ਪੁੱਛ ਲਿਆ ਕਿ ing ਦੇ ਵਿੱਚ, ਹੈ ਨਾ, what you will be doing after 3 years, ਸਿੰਪਲ ਕੀ ਕਰ ਰਹੇ ਹੋਵੋਗੇ। ਸੋ I will be studying, I would be studying ਆਪਾਂ ਇੱਦਾਂ ਯੂਜ਼ ਕਰ ਲਾਂਗੇ। ਸੋ ਇੱਥੇ ਆਪਣੇ ਕੋਲ ਜਿਹੜਾ ਹੈ ਉਹ I will be ਨਾਲ ਚੱਲੂਗਾ, ing ਲੱਗੂਗਾ ਫਸਟ ਫਾਰਮ ਨਾਲ। ਇੱਥੇ ਵੀ ਪਰਫੈਕਟ ਹੈ ਤਾਂ shall will have be3 ਬਣ ਜਾਏਗਾ। ਉਸ ਤੋਂ ਬਾਅਦ ਸਾਡੇ ਕੋਲ ਇੱਥੇ shall will have been be1 plus ing ਬਣ ਜਾਏਗਾ। ਹੁਣ ਇਹਦੇ ਨਾਲ ਐਡ ਕਰਨਾ ਕੰਟੈਂਟ। ਉਸ ਤੋਂ ਪਹਿਲਾਂ ਇੱਕ ਹੋਰ ਚੀਜ਼, ਸਿੰਸ ਐਂਡ ਫॉर ਯੂਜ਼ ਹੁੰਦੇ ਨੇ ਜਦੋਂ ਅਸੀਂ ਬਹੁਤ ਹੀ ਸਪੈਸੀਫਿਕ ਟਾਈਮ ਜਿਹੜਾ ਉਹ ਇੱਥੇ ਦੱਸਣਾ ਕਿ ਤੁਸੀਂ I will have been reading ਕਦੋਂ ਤੱਕ, ਜਿਵੇਂ I will have been reading since morning, since 2 AM, since 2 PM, since 10 AM, ਜਦੋਂ ਵੀ ਤੁਸੀਂ ਲਿਖਣਾ ਹੋਵੇ, ਜਾਂ since 2002, since 2010। ਜਦੋਂ ਆਪਾਂ ਗੱਲ ਕਰਨੀ ਆ ਫॉर ਦੀ ਤਾਂ ਫॉर ਹੁੰਦਾ ਕਿ ਇੰਨਾ ਸਪੈਸੀਫਿਕ ਟਾਈਮ ਨਹੀਂ ਦੱਸਦੇ, ਜਿੱਦਾਂ ਕਿ for 3 hours, for 3 years, for 2 years, exact 2002 2012 ਚ ਦੱਸਣਾ since ਆਊਗਾ, ਜਦੋਂ 2 years 3 years 4 year 4 days a week ਦੱਸਣਾ ਤਾਂ for ਆਊਗਾ। ਤੇ ਇਹ ਹੋ ਗਿਆ। ਹੁਣ ਇਹਦੇ ਵਿੱਚ ਜੇ ਆਪਾਂ ਐਡ ਕਰਨਾ, ਅੱਗੇ ਵੀ ਤਾਂ ਆਪਾਂ ਚੀਜ਼ ਦੱਸਾਂਗੇ ਨਾ। ਲੈਟਸ ਇੱਕ ਸੈਂਟੈਂਸ ਆ ਜਾਊਗਾ, ਆਪਾਂ ਬਣਾਈਏ ਵੱਡਾ ਥੋੜਾ ਜਿਹਾ, ਸੋ ਉਹਦੇ ਵਿੱਚ ਕੰਜੰਕਸ਼ਨਸ ਯੂਜ਼ ਹੋ ਜਾਂਦੀਆਂ ਨੇ, ਉਹ ਡਿਫਰੈਂਟ ਚੀਜ਼ ਹੁੰਦੀ ਆ। ਵੱਡੇ ਸੈਂਟੈਂਸ ਬਣਾਉਣ ਦੇ ਲਈ ਅਸੀਂ ਕੀ ਕਰਦੇ ਹੁੰਦੇ ਆ, ਦੋ ਛੋਟੇ ਛੋਟੇ ਸੈਂਟੈਂਸਸ ਨੂੰ ਕੰਬਾਈਨ ਕਰਦੇ ਆ, ਜੋੜ ਦਿੰਦੇ ਆ। ਬੇਸ਼ੱਕ ਅਸੀਂ ਕੋਮਾ ਨਾਲ ਕਰ ਦਈਏ ਜਾਂ ਐਂਡ ਨਾਲ ਕਰ ਦਈਏ, ਮਤਲਬ ਉਹ ਬਿਲਕੁਲ ਹੀ ਡਿਫਰੈਂਟ ਕਨਸੈਪਟ ਹੈ, ਨਾਟ ਅ ਪਾਰਟ ਆਫ ਥੀਸ ਟੈਂਸਸ। ਸੋ ਅਦਰਵਾਈਜ਼ ਇੱਕ ਜੇ ਆਪਾਂ ਦੇਖੀਏ, I will have been watching television, है ना, next Monday because I have off on that day, yeah, because I have off from my work on that day। ਸੋ ਵੱਡਾ ਸੈਂਟੈਂਸ ਹੋ ਗਿਆ ਨਾ, ਬਟ ਉਹ ਬਣਿਆ ਕਿੱਥੋਂ, ਇਹਦੇ ਤੋਂ ਹੀ ਬਣਿਆ। ਸੋ ਇਹ ਸਾਰੇ ਸਿੰਪਲ ਛੋਟੇ ਛੋਟੇ ਜਿਹੜੇ ਮੈਂ ਤੁਹਾਨੂੰ ਸੈਂਟੈਂਸ ਬਣਾ ਕੇ ਦੱਸੇ ਆ, these are just for clarification of a topic, ਤਾਂ ਕਿ ਤੁਹਾਨੂੰ ਚੀਜ਼ਾਂ ਬਹੁਤ ਚੰਗੀ ਤਰ੍ਹਾਂ ਸਮਝ ਆ ਜਾਣ ਕਿ ਜਦੋਂ ਗੱਲ ਹੁੰਦੀ ਹੈ ਜਿੱਦਾਂ ਲੈਟਸ ਸੇ ਫਿਊਚਰ ਕੰਟੀਨਿਊਸ ਦੀ, ਤਾਂ ਮੈਂ ਇੱਦਾਂ ਸੈਂਟੈਂਸ ਬਣਾਉਣਾ, ਪਰ ਇਟ ਕਮਸ ਟੂ ਫਿਊਚਰ ਪਰਫੈਕਟ ਤਾਂ ਇੱਦਾਂ ਦਾ ਸੈਂਟੈਂਸ ਬਣੂਗਾ। ਪਰਫੈਕਟ ਕੰਟੀਨਿਊਸ ਦੇ ਲਈ ਇੱਦਾਂ ਦਾ, ਸਿੰਪਲ ਦੇ ਲਈ ਇੱਦਾਂ ਦਾ। ਯੈਸ ਵੀ ਕੈਨ ਐਡ ਕੰਟੈਂਟ ਟੂ ਈਚ ਐਂਡ ਐਵਰੀ ਸੈਂਟੈਂਸਸ। ਤੇ ਇਹਦੇ ਵਿੱਚ ਆਪਾਂ ਕੀ ਕਰਾਂਗੇ, ਹਰ ਸੈਂਟੈਂਸ ਐਡ ਕਰਨ ਦੇ ਲਈ ਸਾਨੂੰ ਕੰਜੰਕਸ਼ਨਸ ਦਾ ਸਹਾਰਾ ਲੈਣਾ ਪਊਗਾ। we would be making complex and compound sentences। ਜੇ ਤੁਸੀਂ complex ਤੇ compound sentence ਦੇਖਣਾ, so there is another video of mine ਮੇਰੇ ਚੈਨਲ ਤੇ ਦੇਖਿਓ, you will get it in writing section I guess। ਤੇ ਉਹਦੇ ਵਿੱਚੋਂ ਤੁਹਾਨੂੰ ਇਸ ਚੀਜ਼ ਦਾ ਆਈਡੀਆ ਹੋ ਜਾਊਗਾ ਕਿ ਉਹ ਵਾਲੇ ਸੈਂਟੈਂਸਸ ਵੱਡੇ ਵੱਡੇ ਕਿੱਦਾਂ ਬਣਾਉਣੇ। ਦਿਸ ਇਜ਼ ਦ ਬੇਸਿਕ, ਕਿ ਤੁਹਾਨੂੰ ਕਨਸੈਪਟ ਕਲੀਅਰ ਹੋ ਜੇ ਅਬਾਊਟ ਟੈਂਸਸ। ਸੋ ਜੇ ਤੁਸੀਂ ਇੰਨੀ ਕੁ ਚੀਜ਼ ਕਰ ਲੈਂਦੇ ਹੋ, ਤੁਹਾਡਾ ਕੋਈ ਵੀ ਫਿਊਚਰ ਵਾਲਾ ਟੈਂਸ ਗਲਤ ਨਹੀਂ ਬਣੂਗਾ।
ਕੀਪ ਇਨ ਮਾਈਂਡ ਤੁਹਾਨੂੰ ਵਰਬ ਦੀਆਂ ਫਾਰਮਸ ਆਉਣੀਆਂ ਚਾਹੀਦੀਆਂ ਨੇ। ਸੋ ਦਿਸ ਇਜ਼ ਆਲ ਅਬਾਊਟ ਯੂਰ ਫਿਊਚਰ ਟੈਂਸ। ਉਹਦੀਆਂ ਚਾਰੋਂ ਟਾਈਪਸ, ਸਿੰਪਲ, ਕੰਟੀਨਿਊਸ, ਪਰਫੈਕਟ ਐਂਡ ਪਰਫੈਕਟ ਕੰਟੀਨਿਊਸ। ਇਹਨੂੰ ਦੋ ਚਾਰ ਵਾਰ if you will write and you will practice with somebody, or even if you will like mirror practice, ਤਾਂ ਤੁਹਾਨੂੰ ਇਹ ਚੀਜ਼ ਚੰਗੀ ਤਰ੍ਹਾਂ ਸਮਝ ਆ ਜਾਏਗੀ and you will be able to speak well, yeah, you will be able to write well without any grammatical errors ਇਸ ਚੀਜ਼ ਨੂੰ ਲੈ ਕੇ। ਸੋ ਇਹ ਤੁਹਾਡਾ ਠੀਕ ਹੋਊਗਾ। ਐਂਡ ਇੱਕ ਹੋਰ ਚੀਜ਼ ਦਾ ਧਿਆਨ ਰੱਖਣਾ, ਸਪੈਲਿੰਗਸ ਜਾਂ ਪ੍ਰੋਨਾਂਸੀਏਸ਼ਨ। ਜਿੱਦਾਂ ਹੁਣ ਇਹ ਜਦੋਂ ਤੁਸੀਂ ਇਹਨੂੰ ਪਰਫੈਕਟ ਬੋਲ ਰਹੇ ਹੋ, V3 ਯੂਜ਼ ਕਰ ਰਹੇ ਹੋ, ਤਾਂ ਯੂ ਸ਼ੁੱਡ ਨੋ ਕਿ ਕਦੋਂ ਤੁਸੀਂ ਇਹਨੂੰ ਰੀਡ ਬੋਲਣਾ, ਕਦੋਂ ਤੁਸੀਂ ਇਹਨੂੰ ਰੈਡ ਬੋਲਣਾ। ਇਹਦੇ ਕਾਫੀ ਸਾਰੇ ਹੋਰ ਵੀ ਵਰਡ ਆ ਉਹ ਚੇਂਜ ਨਹੀਂ ਹੁੰਦੇ, ਬਟ ਯੈਸ ਮੋਸਟ ਆਫ ਦਾ ਵਰਡ ਜਿਹੜੇ ਚੇਂਜ ਹੁੰਦੇ, ਜਿੱਦਾਂ ਇੱਥੇ ਪਲੇ ਹੁੰਦਾ, ਇੱਥੇ ਪਲੇਡ ਹੋ ਜਾਣਾ ਸੀ, ਉਸ ਚੀਜ਼ 'ਚ ਕਨਫਿਊਜ਼ਨ ਨਹੀਂ ਆਉਂਦੀ। ਸੋ ਕੀਪ ਦਿਸ ਲਿਟਲ ਥਿੰਗਸ ਇਨ ਮਾਈਂਡ, ਤਾਂ ਜ਼ਿਆਦਾ ਵਧੀਆ ਤਰੀਕੇ ਨਾਲ ਤੁਸੀਂ ਆਪਣੇ ਥਾਟਸ ਨੂੰ ਪ੍ਰੈਜ਼ੈਂਟ ਕਰ ਸਕਦੇ ਹੋ। ਸੋ ਦਿਸ ਇਜ਼ ਆਲ ਅਬਾਊਟ past tenses. Thanks for watching. Do like, share and comment to the videos. Also subscribe to my channel if you have visited for the first time. And on this given number, you can call or WhatsApp for IELTS online or offline classes. Thanks for watching once again.